ਜੀ ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਆਪਾਂ ਜਿਹੜਾ ਪੜ੍ਹਿਆ ਸੀ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਅੰਕ ਦੇ ਆਵਰਤੀ ਫਲਨ ਹੁੰਦੇ ਹਨ। ਮਾਡਰਨ ਪੀਰੀਓਡਿਕ ਟੇਬਲ ਪੜ੍ਹ ਰਹੇ ਸੀ ਆਪਾਂ ਮਾਡਰਨ ਪੀਰੀਓਡਿਕ ਟੇਬਲ ਸ਼ੁਰੂ ਕਰਨਾ ਸੀ। ਬੇਸਿਕਲੀ ਤੁਹਾਨੂੰ ਮੈਂ ਥੋੜ੍ਹਾ ਦੱਸਤਾ ਸੀ ਕਿ ਜਿਹੜਾ ਪਰਮਾਣੂ ਅੰਕ ਆ ਇਹ ਕਿੱਦਾਂ ਨਿਰਧਾਰਿਤ ਕੀਤਾ ਜਾਂਦਾ। ਪਰਮਾਣੂ ਅੰਕ ਨੂੰ ਬੇਟਾ Z ਨਾਲ ਦਰਸਾਇਆ ਜਾਂਦਾ। ਠੀਕ ਆ, ਹੁਣ ਆਪਾਂ ਅੱਜ ਆਧੁਨਿਕ ਆਵਰਤੀ ਸਾਰਣੀ ਬਾਰੇ ਥੋੜ੍ਹੀ ਜਿਹੀ ਗੱਲ ਪੜ੍ਹਾਂਗੇ। ਬੇਸਿਕਲੀ ਬੇਟਾ ਆਪਾਂ ਨੂੰ 10ਵੀਂ ਕਲਾਸ ਦੇ ਵਿੱਚ ਪਹਿਲੇ 20 ਪਰਮਾਣੂਆਂ ਦੀ ਹੀ ਜ਼ਰੂਰਤ ਪੈਂਦੀ ਆ। ਆਪਾਂ ਉੱਥੋਂ ਤੱਕ ਹੀ ਇੱਕ ਵਾਰ ਗੱਲ ਕਰਾਂਗੇ। ਹੁਣ ਦੇਖੋ, ਆਧੁਨਿਕ ਆਵਰਤੀ ਸਾਰਣੀ ਦੀ ਜੇ ਆਪਾਂ ਗੱਲ ਕਰੀਏ ਬੇਟਾ, ਆ ਮਾਡਰਨ ਪੀਰੀਓਡਿਕ ਟੇਬਲ ਆ। ਠੀਕ ਆ, ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਬੇਟਾ ਬੇਸਿਕਲੀ ਹੈ ਕੀ ਆ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਬੇਟਾ 18 ਕਾਲਮ ਨੇ ਜਿਨ੍ਹਾਂ ਨੂੰ ਗਰੁੱਪ ਕਿਹਾ ਜਾਂਦਾ, ਅਤੇ 7 ਪੀਰੀਅਡ ਨੇ, ਪੰਜਾਬੀ 'ਚ ਖਿਤਿਜੀ ਕਤਾਰਾਂ। ਠੀਕ ਆ ਬੇਟਾ, ਹੁਣ ਹੁੰਦਾ ਕੀ ਆ ਤੁਸੀਂ ਦੇਖੋ। ਇੱਕ ਹੁੰਦਾ ਬੇਟਾ ਸ਼ਬਦ ਸੰਯੋਜਕ ਇਲੈਕਟ੍ਰੋਨ, ਇੱਕ ਸ਼ਬਦ ਹੁੰਦਾ ਸੰਯੋਜਕਤਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਯੋਜਕ ਇਲੈਕਟ੍ਰੋਨ। ਕਿਸੇ ਵੀ ਪਰਮਾਣੂ ਦੇ ਸਭ ਤੋਂ ਬਾਹਰੀ ਸ਼ੈੱਲ ਦੇ ਵਿੱਚ ਜਿਹੜਾ ਇਲੈਕਟ੍ਰੋਨ ਹੁੰਦਾ ਉਹਨੂੰ ਸੰਯੋਜਕ ਇਲੈਕਟ੍ਰੋਨ ਕਹਿੰਦੇ ਆ। ਠੀਕ ਆ ਬੇਟਾ, ਉਦਾਹਰਨ ਵਜੋਂ ਫਲੋਰੀਨ ਅਤੇ ਕਲੋਰੀਨ ਗਰੁੱਪ 17 ਦੇ ਤੱਤ ਆ। ਫਲੋਰੀਨ ਅਤੇ ਕਲੋਰੀਨ ਦੇ ਬਾਹਰੀ ਸ਼ੈੱਲ ਨੇ ਜਿਹੜੇ ਬੇਟਾ, ਇਹਨਾਂ ਦੇ ਵਿੱਚ ਜਿਹੜੇ ਬਾਹਰੀ ਇਲੈਕਟ੍ਰੋਨ ਹੋਣਗੇ ਉਹਨਾਂ ਦੀ ਸੰਖਿਆ ਕੀ ਹੋਊਗੀ, ਇੱਕ ਸਮਾਨ ਹੋਊਗੀ। ਹੁਣ ਦੇਖੋ, ਆਧੁਨਿਕ ਆਵਰਤੀ ਸਾਰਣੀ ਸ਼ੈੱਲ ਦੀ ਸਮਾਨ ਇਲੈਕਟ੍ਰੋਨ ਤਰਤੀਬ ਹੁੰਦੀ ਆ। ਜਦੋਂ ਉੱਪਰ ਤੋਂ ਹੇਠਾਂ ਵੱਲ ਜਾਂਦੇ ਆ ਬੇਟਾ, ਸ਼ੈੱਲਾਂ ਦੀ ਸੰਖਿਆ ਵੱਧਦੀ ਆ, ਪਰ ਜਦੋਂ ਖੱਬੇ ਤੋਂ ਸੱਜੇ ਵੱਲ ਜਾਂਦੇ ਆ ਤਾਂ ਸ਼ੈੱਲਾਂ ਦੀ ਸੰਖਿਆ ਚੇਂਜ ਨਹੀਂ ਹੁੰਦੀ। ਹਾਈਡਰੋਨ ਹੈ, ਜਿਵੇਂ ਹਾਈਡਰੋਨ ਗਰੁੱਪ ਦੇ ਪਹਿਲੇ ਨੰਬਰ 'ਚ 1 ਨੰਬਰ 'ਤੇ ਆ, ਉਹਦੇ ਦੂਜੇ ਪਾਸੇ ਦੂਜੇ ਨੰਬਰ 'ਤੇ ਕੀ ਹੈ ਬੇਟਾ, ਹੀਲੀਅਮ ਆ। ਹਾਈਡਰੋਨ ਹੈ ਜਿਹੜਾ, ਉਹਦਾ ਕੇ ਸ਼ੈੱਲ, ਕੇ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, 1। ਸੰਯੋਜਕ ਇਲੈਕਟ੍ਰੋਨ ਇੱਕੋ ਹੀ ਆ ਉਹਦੇ ਕੋਲ, ਤਾਂ ਉਹਦੀ ਸੰਯੋਜਕਤਾ ਵੀ 1 ਹੀ ਹੋਈ ਬੇਟਾ। ਅੱਗੇ ਆ ਗਿਆ ਹੀਲੀਅਮ। ਹੀਲੀਅਮ ਦੇ ਕੇ ਸ਼ੈੱਲ ਦੇ ਵਿੱਚ ਹੀ ਆਉਣਗੇ ਦੋਨੋਂ ਇਲੈਕਟ੍ਰੋਨ, ਕਿਉਂਕਿ ਬੇਟਾ ਸ਼ੈੱਲ ਭਰਦੇ ਕਿੱਦਾਂ ਨੇ ਬੇਸਿਕਲੀ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਆਪਾਂ। ਪਹਿਲੇ ਸ਼ੈੱਲ ਦੇ ਵਿੱਚ 2 ਇਲੈਕਟ੍ਰੋਨ, ਕੇ ਦੇ ਵਿੱਚ, ਐਲ ਦੇ ਵਿੱਚ 8, ਐਮ ਦੇ ਵਿੱਚ 8। 8 ਤੋਂ ਵੱਧ ਇਲੈਕਟ੍ਰੋਨ ਕਿਸੇ ਸ਼ੈੱਲ ਦੇ ਵਿੱਚ ਨਹੀਂ ਆਉਂਦੇ, ਇਸ ਕਰਕੇ ਆਪਾਂ ਵੈਸੇ ਜ਼ਿਆਦਾ ਵੀ 18 ਤੱਕ ਹੀ ਕਰਨੇ, 2 8 8। ਠੀਕ ਆ, ਪਹਿਲੇ ਸ਼ੈੱਲ ਦੇ ਵਿੱਚ 2। ਹੁਣ ਆਪਾਂ ਉਦੋਂ ਨੀਚੇ ਆਉਣੇ ਜੇ, ਤਾਂ ਬੇਟਾ ਦੇਖੋ ਹਾਈਡਰੋਜਨ ਅਤੇ ਹੀਲੀਅਮ ਤੋਂ ਬਾਅਦ ਅਗਲੇ ਸ਼ੈੱਲ ਦੇ ਅੱਗੇ ਆਪਾਂ ਸੈਕਿੰਡ ਵਾਲੀ ਲਾਈਨ ਦੇ ਵਿੱਚ ਜਾਂਦੇ ਹਾਂ। ਦੇਖੋ ਇੱਥੇ ਲੀਥੀਅਮ। ਠੀਕ ਆ, ਇਹਦੀ ਆਪਾਂ ਗੱਲ ਕਰਦੇ ਹਾਂ ਬੇਟਾ, ਅਤੇ ਇੱਥੇ ਜਿਹੜਾ ਸ਼ੈੱਲ ਆ ਉਹ ਐਲ ਸ਼ੈੱਲ ਆ ਜਾਂਦਾ। ਪਰ ਤੁਸੀਂ ਦੇਖੋਗੇ ਕਿ ਖੱਬੇ ਤੋਂ ਸੱਜੇ ਵੱਲ ਜਾਂਦੇ ਹੋਏ ਸ਼ੈੱਲ ਨਹੀਂ ਵੱਧਦਾ, ਸ਼ੈੱਲ ਉਹੀ ਰਹਿੰਦਾ, ਐਲ ਸ਼ੈੱਲ ਹੀ, ਕੇ ਅਤੇ ਐਲ। ਠੀਕ ਆ, ਇਸੇ ਕਾਰਨ ਜਦੋਂ ਆਪਾਂ ਕੇ ਤੋਂ ਐਲ ਸ਼ੈੱਲ 'ਚ ਜਾਂਦੇ ਹਾਂ, ਯਾਨੀ ਉੱਪਰੋਂ ਥੱਲੇ ਵੱਲ ਆਉਂਦੇ ਹਾਂ, ਜਿਵੇਂ ਜਿਵੇਂ ਆਪਾਂ ਥੱਲੇ ਆਈ ਜਾਵਾਂਗੇ ਬੇਟਾ ਉੱਪਰੋਂ ਥੱਲੇ, ਤਾਂ ਇੱਕ ਇੱਕ ਸ਼ੈੱਲ ਵੱਧਦਾ ਰਹਿੰਦਾ। ਪਰ ਜਦੋਂ ਖੱਬੇ ਤੋਂ ਸੱਜੇ ਆਉਂਦੇ ਹਾਂ ਤਾਂ ਸ਼ੈੱਲਾਂ ਦੀ ਸੰਖਿਆ ਨਹੀਂ ਵੱਧਦੀ। ਇਹ ਇੱਕ ਇਹਦਾ ਕਾਰਨ ਆਕਾਰ ਵੀ ਆ ਜਾਂਦਾ, ਇੱਥੇ ਆਕਾਰ ਦੀ ਗੱਲ ਆ ਜਾਂਦੀ ਆ। ਪ੍ਰਸ਼ਨ ਆਉਂਦਾ ਕਿ ਜਦੋਂ ਖੱਬੇ ਤੋਂ ਸੱਜੇ ਵੱਲ ਜਾਂਦੇ ਹਾਂ, ਤੁਹਾਨੂੰ ਮੈਂ ਦੱਸਦਾ ਕਿ ਜਦੋਂ ਖੱਬੇ ਤੋਂ ਸੱਜੇ ਵੱਲ ਜਾਂਦੇ ਹਾਂ ਬੇਟਾ, 1 ਮਿੰਟ, ਅਸੀਂ ਖੱਬੇ ਤੋਂ ਸੱਜੇ ਵੱਲ ਜਾਂਦੇ ਹਾਂ ਤਾਂ ਅਰਧ ਵਿਆਸ ਘਟਦਾ ਹੈ। ਅਰਧ ਵਿਆਸ ਕਿਉਂ ਘਟਦਾ? ਕਿਉਂਕਿ ਬੇਟਾ ਜਿਹੜਾ ਨਿਊਕਲੀਅਸ 'ਤੇ ਚਾਰਜ ਆ ਉਹ ਤਾਂ ਵੱਧਦਾ ਹੀ ਆ। ਪਹਿਲਾਂ ਆਪਾਂ ਹਾਈਡਰੋਜਨ ਦੀ ਗੱਲ ਕਰੀਏ, ਉਹਦੇ ਕੋਲ 1 ਇਲੈਕਟ੍ਰੋਨ ਸੀ, ਹੀਲੀਅਮ ਕੋਲ 2 ਸੀ। ਹੀਲੀਅਮ ਦਾ ਚਾਰਜ ਤਾਂ ਵੱਧ ਗਿਆ, ਪਰ ਜਿਹੜਾ ਟੋਟਲ ਸ਼ੈੱਲ ਆ ਉਹ ਨਹੀਂ ਵਧੇ। ਜਿਹੜੇ ਇਲੈਕਟ੍ਰੋਨ ਨੇ ਨਿਊਕਲੀਅਸ ਵੱਲ ਕੀ ਹੋ ਜਾਂਦੇ ਨੇ, ਫਿਰ ਖਿੱਚੇ ਜਾਂਦੇ ਨੇ। ਖਿੱਚੇ ਜਾਣ ਕਰਕੇ ਜਿਹੜਾ ਕੁੱਲ ਸਾਈਜ਼ ਆ ਉਹ ਕੀ ਹੋ ਜਾਂਦਾ ਬੇਟਾ, ਘਟ ਜਾਂਦਾ। ਸਮਝੇ ਗੱਲ? ਕੁੱਲ ਸਾਈਜ਼ ਕੀ ਹੋ ਗਿਆ, ਘਟ ਗਿਆ, ਚਾਰਜ ਵੱਧ ਗਿਆ। ਸ਼ੈੱਲ ਨੂੰ ਤਾਂ ਕੋਈ ਫਰਕ ਨਹੀਂ ਪਿਆ, ਸ਼ੈੱਲ ਤਾਂ ਉਹੀ ਰਿਹਾ। ਜੇ ਆਪਾਂ ਨੀਚੇ ਦੂਜੀ ਲਾਈਨ 'ਚ ਵੀ ਆ ਜਾਈਏ ਤਾਂ ਉਹਦੇ ਵਿੱਚ ਇੱਕ ਐਲ ਸ਼ੈੱਲ ਆ, ਸ਼ੈੱਲ ਐਲ ਹੀ ਰਹਿੰਦਾ, ਪਰ ਪ੍ਰੋਟੋਨਾਂ ਦੀ ਸੰਖਿਆ ਕੀ ਆ, ਵੱਧਦੀ ਰਹਿੰਦੀ ਆ। ਜਾਣੀ ਕਿ ਨਿਊਕਲੀਅਸ 'ਤੇ ਚਾਰਜ ਵੱਧ ਜਾਂਦਾ, ਉਹ ਕੰਪੈਕਟਲੀ ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦਾ, ਇਸ ਕਰਕੇ ਸਾਈਜ਼ ਘਟ ਜਾਂਦਾ। ਪਰ ਜਦੋਂ ਗਰੁੱਪ 'ਚ ਉੱਪਰੋਂ ਹੇਠਾਂ ਵੱਲ ਆਉਂਦੇ ਬੇਟਾ, ਤਾਂ ਜਿਹੜਾ ਪਰਮਾਣੂ ਦਾ ਆਕਾਰ ਆ ਉਹ ਵੱਧਦਾ। ਉਹ ਕਿਉਂ ਵੱਧਦਾ? ਕਿਉਂਕਿ ਬੇਟਾ ਇੱਕ ਸ਼ੈੱਲ ਵੱਧ ਗਿਆ, ਇੱਕ ਸ਼ੈੱਲ ਵੱਧ ਗਿਆ। ਹੁਣ ਇੱਥੇ ਆਪਾਂ ਵਾਪਸ ਆਉਣੇ ਆ। ਬਸ ਵੇਖੋ ਬੇਟਾ, ਨਿਊਕਲੀਅਸ 'ਚ ਸ਼ੈੱਲਾਂ ਦੀ ਗਿਣਤੀ, ਕੇ ਸ਼ੈੱਲ 2n² ਹੁੰਦਾ ਬੇਟਾ। ਬੇਸਿਕਲੀ ਇਹ 2n², n1 ਪਹਿਲੇ ਦੇ ਵਿੱਚ 2, ਫਿਰ ਦੂਜੇ ਦੇ 2 ਭਰਿਆ ਤਾਂ ਸਕੇਅਰ 8, ਤੀਜੇ 3 ਭਰਿਆ ਤਾਂ 18 ਹੋ ਗਿਆ। ਪਰੰਤੂ ਮੈਂ ਤੁਹਾਨੂੰ ਦੱਸਿਆ ਬੇਟਾ ਕਿ ਬਾਹਰੀ ਸ਼ੈੱਲ ਵਿੱਚ 8 ਤੋਂ ਵੱਧ ਇਲੈਕਟ੍ਰੋਨ
नहीं हो सकते। ਇੱਥੇ मैं ਤੁਹਾਨੂੰ बेटा गल की है ਤੁਹਾਡੇ ਨਾਲ मैं संयोजकता की, संयोग शैलों की गल की सी। सब तो बाहरी शैल ਨੂੰ संयोग शैल कहते हैं। पर ਇੱਥੇ मैं एक टॉपिक ਤੁਹਾਨੂੰ ਹੋਰ डिस्कस कर रहा, संयोजकता। संयोजकता की होंगी आ? देखो बेटा, किसी भी परमाणु ਦਾ सब तो बाहरी शैल ਵਿੱਚ मौजूद इलैक्ट्रॉन ਜਿਹੜੇ ਹੁੰਦੇ ਆ ਉਹ ਹੁੰਦੇ ਆ ਸੰਯੋਜਕ ਇਲੈਕਟ੍ਰੋਨ। ਇਹ ਗੱਲ ਤਾਂ ਤੁਹਾਨੂੰ ਪਤਾ ਹੀ ਆ। ਹੁਣ ਸੰਯੋਜਕਤਾ ਕੀ ਹੁੰਦੀ ਆ? ਆਪਾਂ ਸੋਡੀਅਮ ਦੀ ਗੱਲ ਕਰਦੇ ਹਾਂ ਬੇਟਾ। ਸੋਡੀਅਮ ਦਾ ਪਰਮਾਣੂ ਅੰਕ ਹੈਗਾ 11, 2 ਪਹਿਲੇ ਸ਼ੈੱਲ 'ਚ, ਦੂਜੇ 'ਚ 8, ਤੀਜੇ 'ਚ 1। ਕਲੋਰੀਨ, ਕਲੋਰੀਨ ਦਾ ਐਟੋਮਿਕ ਨੰਬਰ ਹੈਗਾ ਬੇਟਾ 17, ਪਹਿਲੇ ਸ਼ੈੱਲ 'ਚ 2, ਦੂਜੇ 'ਚ 8, ਤੀਜੇ 'ਚ 7। ਹੁਣ ਦੇਖੋ ਬੇਟਾ, ਉਹਨੇ ਆਪਣੇ ਸੋਡੀਅਮ ਨੇ ਵੀ ਆਪਣੇ ਲਾਸਟ ਸ਼ੈੱਲ 'ਚ 8 ਪੂਰੇ ਕਰਨੇ ਆ ਅਤੇ ਕਲੋਰੀਨ ਨੇ ਵੀ 8 ਪੂਰੇ ਕਰਨੇ ਆ। ਵੈਸੇ ਤਾਂ ਇਹ ਚੌਥੇ ਪਾਠ ਦੇ ਵਿੱਚ ਬੇਟਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਜਾਊਗਾ, ਪਰ ਮੈਂ ਇੱਥੇ ਥੋੜ੍ਹਾ ਸਮਝਾ ਦਿੰਦਾ ਕਿ ਹੁਣ ਸੋਡੀਅਮ ਕੋਲ ਇੱਕ ਇਲੈਕਟ੍ਰੋਨ ਆ ਲਾਸਟ ਸ਼ੈੱਲ ਦੇ ਵਿੱਚ, ਉਹਦੀ ਸੰਯੋਜਕਤਾ, ਉਹਦੀ ਕੀ ਆ ਉਹ ਸੰਯੋਜਕਤਾ। ਕਲੋਰੀਨ ਕੋਲੇ ਕਿੰਨੇ ਨੇ 7, ਬਟ ਬੇਟਾ ਉਹਦੀ ਸੰਯੋਜਕਤਾ ਨਹੀਂ ਹੈਗੀ। ਉਹਦੀ ਸੰਯੋਜਕਤਾ ਕਿੰਨੀ ਆ 1। ਕਦੇ ਵੀ ਸੰਯੋਜਕਤਾ ਬੇਟਾ 4 ਤੋਂ ਵੱਧ ਨਹੀਂ ਹੁੰਦੀ। ਜਦੋਂ ਲਾਸਟ ਸ਼ੈੱਲ ਵਿੱਚ ਮੰਨ ਲਓ ਇਲੈਕਟ੍ਰੋਨ ਕਿੰਨੇ ਨੇ 5 ਨੇ, ਤਾਂ ਸੰਯੋਜਕਤਾ 8 ਚੋਂ ਘੱਟ ਜਾਂਦੀ ਆ। ਯਾਨੀ ਕਿ 8 - 5 ਕਿੰਨੀ ਸੰਯੋਜਕਤਾ ਰਹਿ ਗਈ ਬੇਟਾ? 3 ਰਹਿ ਗਈ। ਸੰਯੋਜਕਤਾ ਬਾਰੇ ਆਪਾਂ ਵਿਸਤਾਰ 'ਚ ਅੱਗੇ ਵੀ ਪੜ੍ਹਾਂਗੇ। ਬਾਕਾਇਦਾ ਮੈਂ ਤੁਹਾਨੂੰ ਲਿਖ ਕੇ ਕਾਪੀ ਨਾਲ ਜਾਂ ਬੋਰਡ ਦੇ ਉੱਪਰ ਦਿਖਾਵਾਂਗਾ ਕਿ ਸੰਯੋਜਕਤਾ ਕਿਵੇਂ ਕੱਢੀ ਜਾਂਦੀ ਆ। ਤਦ ਤੱਕ ਲਈ ਬੇਟਾ ਧੰਨਵਾਦ।